हाँ जो ਲੀਨੀਅਰਲੀ ਇੰਡੀਪੈਂਡੈਂਟ ਬੋਲਦੇ ਨੇ ਤਾਂ ਇਹਦਾ ਮਤਲਬ ਇਹ ਕੀ ਹੋ ਗਿਆ ਨੋਨ ਲੀਨੀਅਰ ਦੀ ਕੰਡੀਸ਼ਨ ਹੋ ਗਈ ਸਾਡੇ ਕੋਲ ਜੇ ਆਪਣੇ ਕੋਲ ਜਿੰਨੇ ਵੀ ਆਪਾਂ ਸਕੇਲਰ ਯੂਜ਼ ਕਰਦੇ ਆ ਉਸ ਨੂੰ ਮੈਂ ਕਿ ਦੂਸਰੀ ਲੈਂਗੁਏਜ ਇਹ ਕਹਿ ਸਕਦੇ ਆ ਇੱਕ ਵੈਕਟਰ ਨੂੰ ਦੂਸਰੇ ਦੇ ਮਲਟੀਪਲ ਚ ਨਹੀਂ ਲਿਖ ਸਕਦੇ ਠੀਕ ਹੈ ਜੇ ਨਹੀਂ ਲਿਖ ਸਕਦੇ ਤਾਂ ਆਪਣੇ ਕੋਲ ਨੋਨ ਲੀਨੀਅਰ ਦੀ ਕੰਡੀਸ਼ਨ ਬਣ ਗਈ ਸਾਡੇ ਕੋਲ ਵੀ ਆਪਣੇ ਕੋਲ ਜੇ ਅਸੀਂ ਲਿਖਿਆ ਵੀ ਹੈ ਤਾਂ ਉਹਦੇ ਜਿਹੜੇ ਸਕੇਲਰਸ ਨੇ ਉਹ ਸਾਰੇ ਕੀ ਹੋ ਜਾਂਦੇ ਆਪਣੇ ਕੋਲ 0 ਇੱਕ ਹੋਰ ਹੈ ਇੱਕ ਲੀਨੀਅਰ ਦੀ ਕੰਡੀਸ਼ਨ ਉਹ ਸਟੇਟਮੈਂਟ ਹੀ ਹੈ ਐਜ਼ ਏ ਸਟੇਟਮੈਂਟ ਆਰਟੀਕਲ ਬਣਿਆ ਹੋਇਆ ਹੈ ਕਰਕੇ ਉਹ ਦੱਸੀ ਦੀ ਤਾਂ ਹੁੰਦੀ ਹੈ ਵੀ ਕਈ ਵਾਰ ਉਹ ਆਰਟੀਕਲ ਦੀ ਸਟੇਟਮੈਂਟ ਆ ਜਾਂਦੀ ਤਾਂ ਸਟੂਡੈਂਟ ਕਨਫਿਊਜ਼ ਨਾ ਹੋਣ ਵੀ ਕਿਸ ਲਈ ਯੂਜ਼ ਕੀਤਾ ਗਿਆ ਉਹ ਹੈਗਾ 3 ਪੁਆਇੰਟਸ ਵਿਦ ਦਾ ਪੋਜੀਸ਼ਨ ਵੈਕਟਰ ਦੇਖੋ ਪੋਜੀਸ਼ਨ ਵੈਕਟਰ ਨੇ ਸਾਰੇ ਪੋਜੀਸ਼ਨ ਵੈਕਟਰ A ਵੈਕਟਰ B ਵੈਕਟਰ C ਵੈਕਟਰ ਆਰ ਕੋਲੀਨੀਅਰ ਤਿੰਨ ਪੋਜੀਸ਼ਨ ਵੈਕਟਰ ਨੇ A ਵੈਕਟਰ B ਵੈਕਟਰ C ਵੈਕਟਰ ਆਰ ਕੋਲੀਨੀਅਰ if there exist a scalars x y z all not all 0 not all 0 ਇਹਦਾ ਮਤਲਬ ਇਹ ਕਾਦੀ ਕੰਡੀਸ਼ਨ ਹੋ ਗਈ not all 0 ਵਰਡ ਯੂਜ਼ ਕੀਤਾ ਜੀ ਮੈਂ ਜਦੋਂ ਲੀਨੀਅਰਲੀ ਡਿਪੈਂਡੈਂਟ ਦੀ ਕੰਡੀਸ਼ਨ ਹੁੰਦੀ ਹੈ ਜੀ ਠੀਕ ਹੈ ਨਾਲ ਇੱਕ ਕੰਡੀਸ਼ਨ ਹੋਰ ਹੁੰਦੀ ਹੈ ਜੀ ਉਸ ਪੇਪਰ ਚ ਆਉਂਦੀ ਹੈ ਜੀ ਆਪਸ਼ਨ ਦੇ ਵਿੱਚ ਟੂਗੈਦਰ ਵਿਦ x plus y ਨਾਲ ਟੂਗੈਦਰ ਵਿਦ x plus y plus z equal to 0 ਤਿੰਨਾਂ ਦਾ ਸਮ ਜਿਹੜਾ ਹੋਊਗਾ equal to 0 ਹੋਊਗਾ ਧਿਆਨ ਰੱਖਿਓ ਇੱਕ ਲੀਨੀਅਰ ਦੇ ਲਈ ਆਰਟੀਕਲ ਬਣਿਆ ਹੋਇਆ ਹੈ ਅਸੀਂ ਆਰਟੀਕਲ ਦੀ ਸਟੇਟਮੈਂਟ ਤਾਂ ਯਾਦ ਕਰਦੇ ਹਾਂ ਕਿਉਂਕਿ ਪੇਪਰ 'ਚ ਐਜ਼ ਇਟ ਇਜ਼ ਆਰਟੀਕਲ ਆ ਜਾਂਦਾ ਆਪਣੇ ਕੋਲ ਤਾਂ ਇਹ ਕੰਮ ਕਰਦੇ ਹਾਂ ਤਾਂ ਉੱਥੇ ਇਹ ਯਾਦ ਰੱਖਣਾ ਜਿਹੜਾ ਆਰਟੀਕਲ ਉਹ ਆ ਤੁਹਾਡਾ ਆਨਸਰ ਹੋਊਗਾ ਉਸ ਕੁਐਸਚਨ ਦਾ x plus y plus z equal to 0 ਮੈਂ ਤੁਹਾਨੂੰ ਆਖਿਆ ਵੀ ਜਿਹੜਾ ਲੀਨੀਅਰਟੀ ਹੈ ਲੀਨੀਅਰ ਵਰਡ ਯੂਜ਼ ਕਰਦੇ ਆ ਪੈਰਲਲ ਵੀ ਲਈ ਵੀ ਅਸੀਂ ਸੇਮ ਕੰਡੀਸ਼ਨ ਯੂਜ਼ ਕਰਦੇ ਹਾਂ ਲੀਨੀਅਰ ਪੈਰਲਲ ਲਈ ਵੀ ਸੇਮ ਕੰਡੀਸ਼ਨ ਪੈਰਲਲ ਦੀ ਇੱਕ ਤੁਹਾਡੇ ਯਾਦ ਹੋ ਸਕਦੀ ਹੈ ਵੀ ਆਹ ਯਾਦ ਹੋਵੇ ਵੈਸੇ ਉਹ ਕ੍ਰੋਸ ਪ੍ਰੋਡਕਟ ਤੋਂ ਬਣੀ ਹੋਈ ਹੈ A ਵੈਕਟਰ ਕੋਈ ਵੈਕਟਰ ਹੈ A1 I ਕੈਪ A2 J ਕੈਪ A3 K ਕੈਪ ठीक है B वैक्टर दूसरा वैक्टर है B1 I कैप B2 J कैप B3 K कैप ਤਾਂ ਜਿਹੜੀ ਇਹਨਾਂ ਦੀ ਰੇਸ਼ੋ ਹੋਊਗੀ A1 upon B1 A2 upon B2 A3 upon B3 ਇਹ ਸੇਮ ਹੋਊਗੀ ਇਹ ਪੈਰਲਲ ਦੀ ਕੰਡੀਸ਼ਨ ਵੀ ਹੈ ਇਹ ਕੋਲੀਨੀਅਰ ਦੀ ਕੰਡੀਸ਼ਨ ਵੀ ਹੈ ਜੇ A ਵੈਕਟਰ ਇਜ਼ ਪੈਰਲਲ ਟੂ B ਵੈਕਟਰ ਔਰ ਕੋਲੀਨੀਅਰ ਤਾਂ ਆਪਣੇ ਕੋਲ ਇਹ ਕੰਡੀਸ਼ਨ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਠੀਕ ਹੈ ਹੁਣ ਇਸੇ ਤਰ੍ਹਾਂ ਹੀ ਸੇਮ ਕੋਪਲੇਨਰ ਦੀ ਹੈ ਕੋਪਲੇਨਰ ਪਲੇਨ 'ਚ ਗੱਲ ਕਰਦੇ ਹਾਂ ਜਾਂ ਆਪਾਂ ਜੋ 3D ਦੀ ਗੱਲ ਕਰਦੇ ਹਾਂ ਤਾਂ ਉੱਥੇ ਕੋਪਲੇਨਰ ਵੈਕਟਰਸ ਬੋਲਦੇ ਹਾਂ ਉੱਥੇ ਘੱਟੋ ਘੱਟ 3 ਵੈਕਟਰਸ ਹੋਣਗੇ ਆਪਣੇ ਕੋਲ ਇੱਥੇ ਕੋਲੀਨੀਅਰ 'ਚ ਆਪਣੇ ਕੋਲ 2 ਵੈਕਟਰ ਹੁੰਦੇ ਆ ਆਪਣੇ ਕੋਲ ਠੀਕ ਹੈ ਤਾਂ ਕੋਪਲੇਨਰ ਤਾਂ ਉਸੇ ਤਰੀਕੇ ਦੇ ਨਾਲ ਹੀ ਇੱਥੇ ਕੋਪਲੇਨ ਸੇਮ ਸਾਰੀਆਂ ਕੰਡੀਸ਼ਨ ਸੇਮ ਨੇ ਬਸ 3 ਵੈਕਟਰ ਦੇ ਅਕੋਰਡਿੰਗ ਚੱਲਣਾ ਪੈਂਦਾ ਜੀ ਆਪਣੇ ਕੋਲ ਕੋਪਲੇਨਰ ਜੇ A ਵੈਕਟਰ B ਵੈਕਟਰ C ਵੈਕਟਰ ਕੋਪਲੇਨਰ ਨੇ ਤਾਂ ਇੱਕ ਵੈਕਟਰ ਨੂੰ ਬਾਕੀ ਦੋਨਾਂ ਦੇ ਮਲਟੀਪਲ ਨਾਲ ਲਿਖ ਸਕਦੇ ਕੋਈ ਵੀ ਇੱਕ ਵੈਕਟਰ ਪਕੜ ਲਓ ਜ਼ਰੂਰੀ ਨਹੀਂ ਹੈਗਾ A ਪਕੜਨਾ ਹੈ B ਪਕੜ ਸਕਦੇ ਹੋ C ਪਕੜ ਸਕਦੇ ਹੋ ਤਾਂ ਬਾਕੀ 2 ਦੇ ਮਲਟੀਪਲ ਦੇ ਬਰਾਬਰ ਲਿਖਣਾ ਹੈ A ਵੈਕਟਰ ਇਕੁਅਲ ਟੂ MB ਵੈਕਟਰ ਪਲੱਸ N C ਵੈਕਟਰ ਤਾਂ ਉਹਦੇ ਮਲਟੀਪਲ ਦੇ ਬਰਾਬਰ ਲਿਖ ਸਕਦੇ ਹਾਂ ਆਪਣੇ ਕੋਲ ਇਸ ਤਰ੍ਹਾਂ ਜਿਵੇਂ ਸੇਮ ਆਹ ਮੈਂ ਥਰਡ ਆਰਟੀਕਲ ਬਣਾਇਆ ਜੀ ਇਸੇ ਤਰ੍ਹਾਂ ਇਹਦਾ ਵੀ ਆਰਟੀਕਲ ਹੈਗਾ ਕੋਪਲੇਨਰ ਦਾ ਉਹ ਕੀ ਆਰਟੀਕਲ ਹੈ ਸੇਮ ਹੈ ਬਿਲਕੁਲ ਸੇਮ ਠੀਕ ਹੈ ਇਸੇ ਆਪਣੇ ਕੋਲ ਉਸੇ ਤਰੀਕੇ ਨਾਲ A ਵੈਕਟਰ B ਵੈਕਟਰ C ਵੈਕਟਰ D ਵੈਕਟਰ ਇਹ ਪੋਜੀਸ਼ਨ ਵੈਕਟਰਸ ਨੇ ਇਹ ਕੀ ਨੇ PB ਲਿਖ ਦਿੰਦੇ ਸ਼ਾਰਟ ਫਾਰਮ 'ਚ ਪੋਜੀਸ਼ਨ ਵੈਕਟਰਸ ਨੇ ਤਾਂ ਅਸੀਂ ਜਦੋਂ ਇਹਦਾ ਮਲਟੀ ਕੰਬੀਨੇਸ਼ਨ ਲਿਖਿਆ XA ਵੈਕਟਰ YB ਵੈਕਟਰ ZC ਵੈਕਟਰ ਐਂਡ ਕੀ ਲੈ ਲਈ ਤੀਸਰਾ TD ਵੈਕਟਰ T ਲੈ ਲੈਣੇ TD ਵੈਕਟਰ ਇਕੁਅਲ ਟੂ 0 ਤਾਂ ਉਹੀ ਸੇਮ ਟੂਗੈਦਰ ਵਿਦ ਇੱਥੇ ਕਹਾਂਗੇ x plus y plus z plus t ਸੇਮ ਆਪਣੇ ਕੋਲ ਬਿਲਕੁਲ ਸੇਮ plus t equal to 0 ਤਾਂ ਸੇਮ ਕੰਡੀਸ਼ਨ ਹੈ ਆਰਟੀਕਲ ਦੀ ਕੰਡੀਸ਼ਨ ਹੈ ਆਪਣੇ ਕੋਲ ਜੇ ਕਈ ਵਾਰ ਆਰਟੀਕਲ ਆ ਜੇ ਕੋਪਲੇਨਰ ਤਾਂ ਉਹ ਇਸ ਤਰ੍ਹਾਂ ਦਾ ਦੇਣਾ ਜਾਂ ਇਸ ਤਰੀਕੇ ਦਾ ਆਪਾਂ ਕਰਦੇ ਇੱਕ ਨੋਨ ਕੋਪਲੇਨ ਜਿਵੇਂ ਆਪਾਂ ਨੋਨ ਲੀਨੀਅਰ ਦੀ ਕੀਤੀ ਹੈ ਜਿੱਥੇ ਐਵੇਂ ਨੋਨ ਕੋਪਲੇਨਰ ਦੀ ਵੀ ਹੈ ਸੇਮ ਨੋਨ ਉਹ ਮੈਂ ਅਗਲੇ ਨੈਕਸਟ ਪੇਜ ਤੇ ਕਰਵਾਉਣਾ ਜੀ ਇੱਥੇ ਸਪੇਸ ਨਹੀਂ ਹੈ ਸਕਰੀਨਸ਼ਾਟ ਲੈ ਲਓ ਤੁਸੀਂ ਇਹਨੇ
फिर मैं आपां नॉन कोपलिनर दी भी कहने हैं। नॉन कोपलिनर नॉन कोपलिनर ਦੇ ਵਿੱਚ ਆਪਣੇ ਕੋਲ ਕੀ ਹੈ ਜੀ ਸੇਮ ਐਸ ਕੀ ਦੱਸਿਆ ਸੀ ਮੈਂ ਪਿੱਛੇ ਯਾਦ ਹੋਵੇ ਕੋਲੀਨੀਅਰ ਦੇ ਜੇ A B C ਤਿੰਨ ਵੈਕਟਰ ਨੇ ਨॉन ਕੋਪਲਿਨਰ ठीक है तो अपने को की होगा जैसे का कॉम्बिनेशन लिखता एक्स ए वैक्टर वाई बी वैक्टर प्लस जेड सी वैक्टर तो तिन्ने दे तिन्ने जेडे स्केलर्स ने एक्स इक्वल टू 0 वाई इक्वल टू 0 जेड इक्वल टू 0 तो तिन्ने दे तिन्ने जेडे स्केलर्स ने वो की होणगे 0 होणगे अपने को एक्स इक्वल टू 0 वाई इक्वल टू 0 जेड इक्वल टू 0 ये नॉन कोपलिनरली यूज करते हैं ठीक है। वैसे मैं तुहानूं दसदा सब तो इत्थे असीं क्रॉस प्रोडक्ट एक ट्रिपल क्रॉस प्रोडक्ट हुंदा है ਉਹਦੇ ਨਾਲ ਨੋ ਕੋਪਲਿਨਰ ਅਸੀਂ ਪ੍ਰੂਫ ਜ਼ਿਆਦਾ ਕਰਦੇ ਹਾਂ ਕਿਉਂਕਿ ਉਹ 3D ਚ ਵੀ ਕੰਮ ਆ ਜਾਂਦਾ ਇੱਥੇ ਵੀ ਕੰਮ ਆ ਜਾਂਦਾ ਉਹ ਮੈਥਡ ਕਿਹੜਾ ਸੀ ਜਿਹੜਾ ਮੈਂ ਤੁਹਾਨੂੰ ਦੱਸ ਦੇ ਰਿਹਾ ਜੇ ਆਪਣੇ ਕੋਲ ਤਿੰਨ ਵੈਕਟਰਸ ਨੇ A1 फिर मैं थोड़े एक क्वेश्चन पूछूंगा क्योंकि थोड़े जो किसी ने पूछा नहीं मेरे तो क्वेश्चन तो मेरा मन कर दे मैं पूछ ला थोड़े तो आ पूरा करके A1 A2 J A3 K B वेक्टर है दूसरा A2 B1 I कैप B2 J B3 K C वेक्टर है तीसरा C1 I C2J C3K ये तीसरा फिर असी दा डिटर्मिनेंट ले लेने I कैप का कोफिशिएंट J कैप का कोफिशिएंट K कैप का कोफिशिएंट ਇਹਦਾ डिटर्मिनेंट इक्वल टू सेकंड पॉइंट ਤੇ थर्ड पॉइंट सेम है बिल्कुल आवाज समझ नहीं आई दोबारा दसो की कहने हो सर एक ਤੁਸੀਂ ਨੋਨ ਕੋਲੀਨੀਅਰ ਦੀ ਕੰਡੀਸ਼ਨ ਕਰਾਈ ਹੈ ਇੱਕ ਤੁਸੀਂ ਨੋਨ ਕੋਪਲਿਨਰ ਦੀ ਕੰਡੀਸ਼ਨ ਕਰਾਈ ਹੈ ਬਿਲਕੁਲ ਸੇਮ ਹੈ ਬਿਲਕੁਲ ਸੇਮ ਇੱਕ ਵੈਕਟਰ ਹੀ ਵੱਧਦਾ ਹੈ ਕੋਪਲਿਨਰ ਚ ਵੈਕਟਰ ਜ਼ਿਆਦਾ ਹੀ ਉਹਦੇ ਦੋ ਵੈਕਟਰ ਲਏ ਸੀ A ਤੇ B ਇਹ ਚ ਤਿੰਨ ਲਏ ਨੇ A B C ਤੇ ਇੱਕ ਪਲੇਨ ਦੇ ਵਿੱਚ ਸਾਡੇ ਕੋਲ ਤਿੰਨ ਵੈਕਟਰ ਨਾਲ ਕੰਮ ਚੱਲਦਾ ਜੀ ਠੀਕ ਹੈ ਉੱਥੇ ਨੋਨ ਕੋਲੀਨੀਅਰ ਦੇ ਵਿੱਚ ਅਸੀਂ ਦੋ ਵੈਕਟਰ ਨਾਲ ਕੰਮ ਚਲਾ ਲੈਣੇ A ਵੈਕਟਰ ਤੇ B ਵੈਕਟਰ प्लेन ते कोलिनियर का फर्क ही इन्ना कि लाइन ते है जो प्लेन ते बस आही फर्क है होर तो सारा कुछ सेम है ठीक है सर ठीक है जी ये ट्रिपल स्केलर प्रोडक्ट की कर दिया करो जीरो कर दिया करो ट्रिपल स्केलर प्रोडक्ट की वैल्यू है मैं अगे आके जो ट्रिपल स्केलर प्रोडक्ट उदों कहांगे एक बार तुसीं ऐ समझ लो आई कैप दे कंपोनेंट J कैप दे कंपोनेंट K कैप दे कंपोनेंट ठीक है इक्वल टू 0 इसी कोपलिनर दी अपने को मैं ना पिछले पेज से तुसी देखा होगा थोड़ा जल्दी दस दें आंसर क्योंकि अपने को इन्ना टाइम नहीं है भी आप वेट करिए आंसर च इत्थे लिखा है A B C D इत्थे A B C लिखा हुआ है जी बाकी कोलिनियर वाली कंडीशन च असीं तीन लए हुए ने ते इत्थे कोपलिनर वाले च चार लए हुए ने A B C D मैं तो हुणे बोलिया तुसीं पुछया सी मेथों हुणे मैं बोलिया भी कोलिनियर दे च असीं दो वैक्टर यूज करते हैं ते इहदे च असीं तीन वैक्टर यूज करते फिर मैं इत्थे बद क्यों लै रखिया जी सर जो ना पोजीशन वेक्टर बनावांगे तीन ही बनणगे जी हाँ जी क्योंकि इत्थे पोजीशन वैक्टर बोलिया सी मैं तुहानूं आ जिहड़े आ सी ना A B C ते तिन्ने पोजीशन वैक्टर ने पोजीशन दा वैक्टर दा मतलब ओरिजिन तो इहदे वैक्टर बनणगे हले वैक्टर नहीं हैगे मान लो A का पोजीशन वैक्टर है A B का पोजीशन वैक्टर है C का इत्थे वैक्टर बनावांगे ना तो A B वैक्टर B C वैक्टर एवें बनावांगे वैक्टर इत्थे ही इहदों बनावांगे A B वैक्टर B C वैक्टर C D वैक्टर एवें बनावांगे वैक्टर इत्थे वैक्टर नहीं हैगे A B C D या A B C ये पोजीशन वैक्टर ने पोजीशन वैक्टर तो पहला वैक्टर बनणगे फिर अगे कंडीशनस लगदियां हुंदियां ठीक है तो इत्थे जिहड़ी थ्योरम की स्टेटमेंट है पोजीशन वैक्टर ते लगी हुई है अपने को तां मैं तुहानूं ये चीज़ दसी है पोजीशन वैक्टर ते वैक्टर च फर्क हुंदा ही दोनों च
पोजीशन वैक्टर मैं तुहानूं पहला भी दसे ओरिजिन तो स्टार्ट होंदा है। वैक्टर अपने आप च एक चीज है, A to B to C जो भी तुसीं वैक्टर उहनूं रिप्रजेंट करोगे, ठीक है। पोजीशन वैक्टर ओरिजिन तो चलूगा ही हमेशा। सर फिर जो एक्स नाल है वो ए बी सी ही पोजीशन वेक्टर लगाया है, फिर वो कैपिटल ए बी सी ऐदा नहीं लगने चाहिए? नहीं जी, ABC बोलिया मैं जो पोजीशन वैक्टर जी, जिहड़ा मैं बोलूंगा मैं ਉਹਦੇ अकॉर्डिंग ही लाऊंगा ना। ਜਦੋਂ मैं नहीं A सर। वैक्टर B वैक्टर C वैक्टर ਨੂੰ पोजीशन वैक्टर बोलिया जी। हाँ जी सर, जो एक्स नाल लगाया है, एक्स नाल ए वैक्टर प्लस वाई ਹਾਂਜੀ, नाल ਹਾਂ। बी वैक्टर जेड नाल सी, तो फिर जो तुसीं हुण कह रहे हो भी इन्हां नूं पहलां तुसीं चेंज करोगे ਇਹ ਤਾਂ पोजीशन ਥਿਓਰਮ वैक्टर ਹੈ दे ਜੀ, अकॉर्डिंग। ਇਹ ਥਿਓਰਮ ਤਾਂ ਪੋਜੀਸ਼ਨ ਵੈਕਟਰ ਦੀ ਹੈ ਨਾ। ਮੈਂ ਤਾਂ ਤੁਹਾਨੂੰ ਇਹ ਦੱਸਿਆ ਵੀ ਇੱਥੇ 3 ਕਿਉਂ ਲਏ ਗਏ ਨੇ, ਜਦੋਂ ਕਿ ਕੋਲੀਨੀਅਰ ਦੇ ਵਿੱਚ 2 ਹੀ ਲੈਣੇ ਹੁੰਦੇ ਆ, ਵੀ ਇਹ 3 ਕਿਉਂ ਦਿਖ ਰਹੇ ਨੇ, ਵੀ ਇਹ 2 ਹੀ ਨੇ 3 ਨਹੀਂ ਹੈਗੇ। ਮੈਂ ਤੁਹਾਨੂੰ ਇਹ ਹੱਲ ਬੋਲਿਆ ਵੀ ਇੱਥੇ ਜਿਹੜੇ ਪਿਛਲੇ ਪੇਜ ਤੇ ਮੈਂ ਲਿਖਿਆ ਵੀ ਇੱਥੇ ਤਾਂ ਬਾਕੀ ਜਗ੍ਹਾ ਤਾਂ ਮੈਂ 2 ਵੈਕਟਰ ਲੈਣੇ ਆ। ਦੇਖੋ A B ਵੈਕਟਰ ਆਹ ਵਾਲਾ 2 ਵੈਕਟਰ ਲਏ ਆ, ਇੱਥੇ ਵੀ ਜਦੋਂ ਗੱਲ ਕੀਤੀ ਹੈ 2 ਵੈਕਟਰ ਦੀ ਗੱਲ ਕੀਤੀ ਹੈ, ਠੀਕ ਹੈ। ਤਾਰ ਕੇ ਆਪਾਂ ਮੈਂ 2 ਇੱਥੇ ਵੀ ਜਦੋਂ ਗੱਲ ਕੀਤੀ ਹੈ 2 ਵੈਕਟਰ ਦੀ ਗੱਲ ਕੀਤੀ ਹੈ, ਵੀ ਇੱਥੇ 3 ਕਿਉਂ ਦਿਖ ਰਹੇ ਨੇ, ਇਹ 3 ਨਹੀਂ ਹੈਗੇ 2 ਹੀ ਨੇ। ਮੈਂ ਇਹ ਦੱਸ ਰਿਹਾ ਤੁਹਾਨੂੰ ਇਹ 2 ਕਿਵੇਂ ਨੇ, ਕਿਉਂਕਿ ਇਹ 3 ਪੋਜੀਸ਼ਨ ਵੈਕਟਰ ਨੇ। 3 ਪੋਜੀਸ਼ਨ ਵੈਕਟਰ ਤੋਂ 2 ਵੈਕਟਰ ਬਣਨਗੇ ਆਪਣੇ ਕੋਲ। ਵੈਕਟਰ ਤਾਂ 2 ਹੀ ਬਣਨਗੇ ਨਾ ਪੋਜੀਸ਼ਨ ਵੈਕਟਰ ਤੇ, ਇੱਕ A B ਤੇ ਇੱਕ B। ਉਹ ਠੀਕ है सर, लेकिन नीचे वाली कंडीशन फिर कितना होल्ड करेगी? होल्ड ਤਾਂ पोजीशन वैक्टर ਲਈ ਹੋਲਡ ਹੋ ਰਹੀ ਹੈ ਜੀ। ਇਹ ਸਟੇਟਮੈਂਟ ਤਾਂ पोजीशन मतलब ਵੈਕਟਰ ਲਈ ਹੈ। ਮੈਂ ਤੁਹਾਨੂੰ ਇਹ ਪੁੱਛਿਆ ਸੀ ਵੀ 3 ਕਿਉਂ ਸ਼ੋ ਹੋ ਰਹੇ ਨੇ, ਮੈਂ 3 ਕਿਉਂ ਲਿਖੀ। मतलब ਇਹਨਾਂ ਦਾ ਉਹ ਸਿਰਫ ਪੋਜੀਸ਼ਨ ਵੈਕਟਰ, ਲੇਕਿਨ ਜਦੋਂ ਸੋਲਵ ਕਰਨਾ ਹੈਗਾ ਜਾਂ ਕੁਝ ਵੀ ਰਿਜ਼ਲਟ ਹੈ ਤਾਂ ਇਹ ਪੋਜੀਸ਼ਨ ਵੈਕਟਰ ਦੇ ਅਕੋਰਡਿੰਗ ਹੀ ਸੋਲਵ ਜਿਹੜਾ ਕੀਤਾ ਜਾਏਗਾ। ਥਰਡ ਰਿਜ਼ਲਟ ਹੈ ਇਹ पोजीशन ਵੈਕਟਰ ਦੇ ਅਕੋਰਡਿੰਗ ਸੋਲਵ ਹੁੰਦਾ ਹੈ। ਓਕੇ ਸਰ, ਓਕੇ ਸਰ। ਦੇਖੋ ਜੀ ਨੈਕਸਟ ਆਪਣਾ ਹੈਗਾ ਡੋਟ ਪ੍ਰੋਡਕਟ ਜਾਂ ਸਕੇਲਰ ਪ੍ਰੋਡਕਟ ਬੋਲਦੇ ਉਹਨੂੰ ਆਪਣੇ ਕੋਲ। ਡੋਟ ਪ੍ਰੋਡਕਟ ਜਾਂ ਸਕੇਲਰ ਪ੍ਰੋਡਕਟ। ਡੋਟ ਪ੍ਰੋਡਕਟ ਦੀ ਸਟੇਟਮੈਂਟ ਹਰ ਇੱਕ ਪ੍ਰੋਡਕਟ ਵਿੱਚ 3 ਚੀਜ਼ਾਂ ਹੋਇਆ ਕਰਨਗੀਆਂ ਜੀ। 3 ਗੱਲਾਂ ਹੀ ਕੰਮ ਕਰਦੀਆਂ ਆਪਣੀਆਂ, ਹੋਰ ਕੁਝ ਨਹੀਂ ਕਰਨਾ ਆਪਾਂ। ਡੋਟ ਪ੍ਰੋਡਕਟ ਦਾ ਮਤਲਬ ਹੁੰਦਾ A ਡੋਟ B। ਪਹਿਲਾਂ ਇਹਦੀ ਡੈਫੀਨੇਸ਼ਨ A ਮੈਗਨੀਚਿਊਡ B ਮੈਗਨੀਚਿਊਡ ਕੋਸ ਆਫ ਐਂਗਲ ਬਿਟਵੀਨ them। ਕੋਸਾਈਨ ਐਂਗਲ ਲੈਣਾ ਜੀ, ਜਿਸ ਨੂੰ ਅਸੀਂ A B ਕੋਸ ਥੀਟਾ ਵੀ ਲਿਖ ਸਕਦੇ ਹਾਂ ਸਿੰਪਲੀ। A ਮੈਗਨੀਚਿਊਡ B ਮੈਗਨੀਚਿਊਡ ਐਂਡ ਕੋਸ ਥੀਟਾ ਲਿਖ ਲਾਂਗੇ ਆਪਣੇ ਕੋਲ। A ਡੋਟ B ਹੋ ਗਈ ਸਾਡੇ ਕੋਲ A B ਕੋਸ ਥੀਟਾ। ਜੇ ਅਸੀਂ ਕੋਸ ਥੀਟਾ ਦੀ ਜ਼ਰੂਰਤ ਹੋਈ ਐਂਗਲ ਫਾਈਂਡ ਕਰਨ ਦੀ ਤਾਂ ਸਾਡੇ ਕੋਲ ਹੋਊਗਾ A ਡੋਟ B ਅਪੋਨ ਇਟਸ ਮੈਗਨੀਚਿਊਡ। A ਮੈਗਨੀਚਿਊਡ B ਮੈਗਨੀਚਿਊਡ। ਇਹ ਆਪਣੇ ਕੋਲ ਕੋਸਾਈਨ ਐਂਗਲ ਸਭ ਤੋਂ ਸੌਖਾ ਸੋਲਵ ਕਰਨ ਵਾਲਾ ਐਂਗਲ। ਜੇ ਕਿਤੇ ਵੀ ਐਂਗਲ ਫਾਈਂਡ ਕਰਨਾ ਹੋਇਆ ਤਾਂ ਇਸ ਮੈਥਡ ਨਾਲ ਕਰਿਆ ਕਰਾਂਗੇ, ਕਿਉਂਕਿ ਸਭ ਤੋਂ ਈਜ਼ੀ ਮੈਥਡ ਹੈ ਜੀ ਇਹ। ਤਾਂ ਕੋਸਾਈਨ ਐਂਗਲ ਹੀ ਸਭ ਤੋਂ ਸੌਖਾ ਮੈਥਡ ਹੈ ਸਾਡਾ। ਦੂਸਰੀ ਗੱਲ, A ਵੈਕਟਰ ਜੇ ਪਰਪੈਂਡੀਕੂਲਰ ਹੈ B ਵੈਕਟਰ ਦੇ ਤਾਂ ਇਹਦਾ ਮਤਲਬ ਐਂਗਲ ਕਿੰਨਾ ਹੋ ਗਿਆ ਇਹਦੇ ਚ 90 ਡਿਗਰੀ। 90 ਡਿਗਰੀ ਨਾਲ ਮੀਨਸ ਕੋਸ 90 ਕੀ ਹੋ ਗਿਆ ਆਪਣੇ ਕੋਲ 0। ਤਾਂ A ਡੋਟ B ਕੀ ਹੋ ਜਾਊਗਾ 0 ਹੋ ਜਾਊਗਾ। ਤਾਂ ਇਹ ਸਭ ਤੋਂ ਸੌਖੀ ਕੰਡੀਸ਼ਨ ਹੈ। ਜੇ 2 ਵੈਕਟਰਸ ਨੂੰ ਤੁਸੀਂ ਪਰਪੈਂਡੀਕੂਲਰ 2 ਵੈਕਟਰਸ ਨੂੰ ਜੇ ਤੁਸੀਂ ਪਰਪੈਂਡੀਕੂਲਰ ਸ਼ੋ ਕਰਨਾ ਹੈ ਤਾਂ ਉਹਦਾ ਡੋਟ ਪ੍ਰੋਡਕਟ ਕੀ ਲੈ ਲਿਆ ਕਰੋ 0 ਲੈ ਲਿਆ ਕਰੋ ਬਸ। ਸਭ ਤੋਂ ਈਜ਼ੀ ਫਾਰਮੂਲਾ ਹੀ ਸਾਡਾ ਇਹ ਡੋਟ ਪ੍ਰੋਡਕਟ ਦਾ। ਹੁਣ ਕੰਮ ਇਹ ਹੈ ਵੀ ਡੋਟ ਪ੍ਰੋਡਕਟ ਸੋਲਵ ਕਿਵੇਂ, ਮੇਨ ਚੀਜ਼ ਤਾਂ ਇਹ ਹੈ। ਡੋਟ ਪ੍ਰੋਡਕਟ ਸੋਲਵ ਕਰਨ ਤੋਂ ਪਹਿਲਾਂ ਮੈਂ ਉਹਦੀ ਯੂਨਿਟ ਵੈਕਟਰ ਸੋਲਵ ਕਰਨਾ। ਯੂਨਿਟ ਵੈਕਟਰ ਜਿਹੜੇ ਹੈਗੇ ਐਕਸ ਦੇ I I J J K K ਦੀ ਗੱਲ ਕਰਨਾ। ਮੈਂ ਕੀ ਲੈ ਲਿਆ, ਇੱਕ I ਕੈਪ ਲੈ ਲਿਆ ਡੋਟ J ਕੈਪ ਲੈ ਲਿਆ। ਡੋਟ ਪ੍ਰੋਡਕਟ ਲਵਾਂਗਾ I ਕੈਪ ਦਾ ਮੈਗਨੀਚਿਊਡ J ਕੈਪ ਦਾ ਮੈਗਨੀਚਿਊਡ ਕੋਸ ਆਫ ਐਂਗਲ ਬਿਟਵੀਨ them। I ਤੇ J ਦਾ ਮਤਲਬ ਹੋ ਗਿਆ ਐਕਸ ਐਕਸਿਸ ਤੇ ਵਾਈ ਐਕਸਿਸ। ਐਕਸ ਐਕਸਿਸ ਤੇ ਵਾਈ ਐਕਸਿਸ ਐਂਗਲ ਹੁੰਦਾ 90 ਡਿਗਰੀ। ਤਾਂ I ਕੈਪ ਡੋਟ J ਕੈਪ ਕੀ ਆ ਗਿਆ ਓਵਰਆਲ 0 ਆ ਗਿਆ। ਐਂ ਸਿਮਿਲਰਲੀ J ਡੋਟ K ਕੀ ਆ ਜਾਊਗਾ ਉਹ ਵੀ 0 ਆ ਜਾਊਗਾ। ਐਵੇਂ ਸਿਮਿਲਰਲੀ K ਕੈਪ ਡੋਟ I ਕੈਪ ਉਹ ਵੀ ਕੀ ਆ ਗਿਆ 0 ਆ ਗਿਆ। ਇਸੇ ਤਰੀਕੇ ਨਾਲ ਸਿਮਿਲਰਲੀ ਫਿਰ ਆਪਣੇ ਕੋਲ ਕੀ ਹੈ I ਡੋਟ I ਲੈਣਾ ਜੀ। I ਡੋਟ I ਕੀ ਹੋ ਗਿਆ ਆਪਣੇ ਕੋਲ, ਵੈਸੇ ਤਾਂ I ਦਾ ਮੈਗਨੀਚਿਊਡ ਅਗੇਨ I ਦਾ ਮੈਗਨੀਚਿਊਡ ਕੋਸ ਆਫ ਐਂਗਲ ਬਿਟਵੀਨ them ਕੋਸ 0, ਕਿਉਂਕਿ ਐਕਸ ਐਕਸਿਸ ਦਾ ਐਕਸ ਐਕਸਿਸ ਨਾਲ ਐਂਗਲ 0 ਹੋਊਗਾ ਤੇ ਸਾਰੇ 1 ਹੋ ਗਏ ਕਿਉਂਕਿ ਯੂਨਿਟ ਵੈਕਟਰ ਨੇ।
ਤਾਂ i ਡੋਟ i ਕੀ ਹੋਊਗਾ 1 ਸੇਮ ਨਾਲ ਸੇਮ ਦਾ ਡੋਟ ਪ੍ਰੋਡਕਟ ਲਵਾਂਗੇ ਤਾਂ 1 ਮਤਲਬ ਯੂਨਿਟ ਵੈਕਟਰ ਨਹੀਂ k ਕੈਪ ਡੋਟ k ਕੈਪ ਇਕੁਅਲ ਟੂ 1 ਇਹ ਤਾਂ ਯੂਜ਼ ਕਰਾਂਗੇ ਆਪਰੇਸ਼ਨ ਦੇ ਲਈ ਆਪਰੇਸ਼ਨ ਲਗਾ ਕੇ ਦੇਖਦੇ ਆ a ਡੋਟ b ਸੋਲਵ ਕਿਵੇਂ ਕਰਦੇ ਆ ਠੀਕ ਹੈ ਸਕਰੀਨਸ਼ਾਟ ਲੈਣਾ ਲੈ ਲਓ ਜੀ ਫਟਾਫਟ ਫਿਰ ਆਪਾਂ ਆਪਰੇਸ਼ਨ ਬਣਾਉਂਦੇ ਆ ਇਹਦਾ हाँ जी मान लो एक ए वैक्टर ले लिया सी a1 i कैप a2 j कैप a3 k कैप एक b वैक्टर ले लिया जी असी b1 i कैप b2 j कैप b3 k कैप हुण असीं इहदा डॉट प्रोडक्ट लेना है a डॉट b वैसे तो सिंपल जा मैथड रख लो जी क्योंकि आई दा आई नाल मल्टीप्लाई कर लिया करो जे वाला मल्टीप्लाई कर लिया करो के वाला क्योंकि बाकी सारे तो जीरो ही ने आई डॉट जे भी जीरो है आई डॉट के भी जीरो है जे डॉट आई सारे जीरो ने आई नू आई नाल मल्टीप्लाई कर लिया करो मतलब a1 b1 जे नू जे वाले नाल मल्टीप्लाई कर लिया करो a2 b2 के नू के वाले नाल मल्टीप्लाई कर करो a3 b3 अपने ये साडे कोल डॉट प्रोडक्ट सोल्व करन दा मैथड हुंदा जी एंगल भी फाइंड करना सीख गए परपेंडिकुलर की कंडीशन भी सीख गए ये ठीक है मेनली आ 2-3 चीज़ा होंदियां अपने कोल हुण एक क्वेश्चन बनता है पेपर च उहदे बारे गल करते हैं क्वेश्चन की बनता है पेपर च कहंदा इफ a इक्वल टू 0 b इक्वल टू 0 इफ then a डॉट b इक्वल टू 0 ठीक है तो समझ आ गया होने आ लाइन तो जी मैं लिखी है a0 इधर और कर लो जो करना है चलो थोड़ा और बढ़ा देने a वैक्टर इक्वल टू 0 और b वैक्टर इक्वल टू 0 देन a डॉट b इक्वल टू 0 क्वेश्चन ये है b की ਇਹਦਾ कन्वर्स भी ट्रू है भी उल्टा भी सही है क्वेश्चन ये है पेपर का ठीक है b ਇਹਦਾ कन्वर्स भी ट्रू हैगा या नहीं हैगा वो हैगा नो कन्वर्स सही नहीं हैगा भी जे डॉट प्रोडक्ट 0 है तो असी परमानेंटली ये नहीं कह सकते भी घट्टो घट दोनों च एक वैक्टर 0 है क्यों भी साडे कोल इत्थे 3 कंडीशनस बनदियां आइदर a इक्वल टू 0 और b इक्वल टू 0 और जो हुणे दस के गए a इज परपेंडिकुलर टू b a b दा की है परपेंडिकुलर है या तो ये तीसरी कंडीशन भी हो सकती है इन्हां दा डॉट प्रोडक्ट 0 होने लई तो असीं कहंदे नहीं भी कन्वर्स 0 भी दोनों च एक 0 है देखो डॉट प्रोडक्ट 100% 0 है बट जे डॉट प्रोडक्ट 0 है तो असीं ये नहीं कह सकते दोनों च एक 0 होना जरूरी है ठीक है करके अपने को क्वेश्चन बनते पेपर के लिए तो मैं सुन क्वेश्चन बारे दस एक होंदा इह च प्रोजैक्शन पंजाबी च प्रोजैक्शन नूं की कहंदे प्रोजैक्शन ऑफ ए वैक्टर ऑन बी वैक्टर ए वैक्टर दा बी वैक्टर ते प्रोजैक्शन हाँ जी परछावां या शैडो ठीक है जिस भी तरह की हैगी एक वैक्टर दी आप मान लो देखो आ वैक्टर है एक आ वैक्टर है ठीक है ये अपने कोल ए वैक्टर है ये साडे कोल बी वैक्टर है ए वैक्टर दा प्रोजैक्शन नीचे आ प्रोजैक्शन होगा इनू ए लगा लो ए बी पॉइंट लगा लो एम ए वैक्टर का प्रोजैक्शन है ए एम ते परछावां पैंदा मान लो तुसीं खड़े हो थोड़े पिछे सूरज की रोशनी दे नाल थोड़ा परछावां पैंदा अगे वो थोड़ा प्रोजैक्शन है उसकी वैल्यू फाइंड करनी है प्रोजैक्शन की आपां बाकी अपने कोल प्रोजैक्शन ऑफ ए वैक्टर ऑन बी वैक्टर मतलब ए एम की वैल्यू फाइंड करनी है ए एम होगी स्केलर क्वांटिटी फिर असीं वैक्टर क्वांटिटी भी बदल सकते हैं दो तरह का प्रोजैक्शन हुंदा है एक दा स्केलर प्रोजैक्शन हुंदा है मैग्नीट्यूड हुंदा है इकल्ला ए स्केलर प्रोजैक्शन ऑफ ए वैक्टर ऑन बी वैक्टर या सौखा या फॉर्मूला याद कर सकते हो ए डॉट बी अपॉन बी मैग्नीट्यूड ये है स्केलर प्रोजैक्शन जिहदे उत्ते प्रोजैक्शन होवे ਉਹਦਾ मैग्नीट्यूड नीचे डिवाइड करता है
जे तुसी कहोगे प्रोजेक्शन ऑफ बी वैक्टर ऑन ए वैक्टर ਤਾਂ ए वैक्टर ਦਾ मैग्नीट्यूड नीचे डिवाइड कर दो। ਇਹ ਤਾਂ ਹੈਗਾ ਸਕੇਲਰ मैग्नीट्यूड ਦਊਗਾ ਕੱਲਾ। ਜੇ ਤੁਸੀਂ ਕਹੋਗੇ ਵੈਕਟਰ ਪ੍ਰੋਜੈਕਸ਼ਨ ਚਾਹੀਦਾ, ਵੈਸੇ ਵੈਕਟਰ ਪ੍ਰੋਜੈਕਸ਼ਨ ਦਾ ਕੁਐਸਚਨ ਨਹੀਂ ਆਇਆ ਕਦੇ, ਸਕੇਲਰ ਪ੍ਰੋਜੈਕਸ਼ਨ ਤਾਂ ਆ ਹੋ ਜਾਂਦਾ। ਚਲੋ ਫਾਰਮੂਲਾ ਸੌਖਾ ਹੀ ਹੈ, ਠੀਕ ਹੈ। ਤਾਂ ਆਪਣੇ ਕੋਲ ਇਹਦੀ ਡਾਇਰੈਕਸ਼ਨ ਚਾਹੀਦੀ ਹੈ, ਮੈਗਨੀਚਿਊਡ ਤਾਂ ਮਿਲ ਗਿਆ ਸਾਨੂੰ, ਆ ਮੈਗਨੀਚਿਊਡ ਹੀ ਸੀ। ਹੁਣ ਤੁਹਾਡੇ 'ਚ ਕੋਈ ਦੱਸ ਸਕਦਾ ਜੀ ਵੀ ਜਿਹੜੀ ਪ੍ਰੋਜੈਕਸ਼ਨ ਦੀ ਡਾਇਰੈਕਸ਼ਨ ਕਿੱਥੇ ਹੈ, ਕਿੰਨੀ ਹੈ ਮੇਰੀ ਡਾਇਗਰਾਮ ਦੇ ਵਿੱਚ? ਸਰ ਬੀ ਵੈਕਟਰ ਵਾਲੀ ਸਾਈਡ ਤੇ, ਬੀ ਵੈਕਟਰ ਵਾਲੀ ਸਾਈਡ ਤੇ ਤਾਂ ਉਹਦੀ ਡਾਇਰੈਕਸ਼ਨ ਨੂੰ ਕੀ ਲਿਖੂੰਗਾ? ਕੱਲ ਜਿਵੇਂ ਦੱਸੇ ਡਾਇਰੈਕਸ਼ਨ ਨੂੰ ਲਿਖਦੇ ਆ ਬੀ ਕੈਪ, ਬੀ ਦੇ ਉੱਤੇ ਕੀ ਪਾਤੀ ਆਪਾਂ? ਕੈਪ ਪਾਤੀ ਆਪਣੇ ਕੋਲ। ਬੀ ਕੈਪ ਦੀ ਵੈਲਿਊ ਕਿੰਨੀ ਹੁੰਦੀ ਹੈ? ਬੀ ਕੈਪ ਦੀ ਵੈਲਿਊ ਕਿੰਨੀ ਹੁੰਦੀ ਹੈ? ਕੱਲ ਦੱਸਿਆ ਜੀ ਸਾਨੇ ਮੈਗਨੀਚਿਊਡਲੀ ਡਾਇਰੈਕਸ਼ਨ ਫਾਈਂਡ ਕਰਨੀ ਹੋਵੇ, ਸਰ ਮੈਂ ਏ ਵੈਕਟਰ ਉਹਦੇ ਮੈਗਨੀਚਿਊਡ ਨਾਲ ਕੀ ਕਰ ਦੋ? ਡਿਵਾਈਡ ਕਰ ਦੋ, ਠੀਕ ਹੈ ਜੀ। ਤਾਂ ਆਪਣੇ ਕੋਲੇ ਨੀਚੇ ਮੈਗਨੀਚਿਊਡ ਦਾ ਸਕੁਆਇਰ ਹੋ ਜਾਊਗਾ, ਤਾਂ ਇਹਨੂੰ ਬੋਲਦੇ ਅਸੀਂ ਵੈਕਟਰ ਪ੍ਰੋਜੈਕਸ਼ਨ। ਇਹ ਉਹਦੀ ਡਾਇਰੈਕਸ਼ਨ ਵੀ ਮਿਲ ਗਈ ਹੁਣ ਸਾਨੂੰ, ਵੈਕਟਰ ਪ੍ਰੋਜੈਕਸ਼ਨ ਸਾਡਾ ਇਹ ਬਣ ਗਿਆ ਜੀ, ਠੀਕ ਹੈ। ਹੁਣ ਵੈਸੇ ਕਿ ਇਹਦੇ ਪਰਪੈਂਡੀਕੂਲਰ ਵੈਕਟਰ ਪ੍ਰੋਜੈਕਸ਼ਨ ਦੇ ਇੱਕ ਪਰਪੈਂਡੀਕੂਲਰ ਕੰਪੋਨੈਂਟ ਵੀ ਬਣਾਉਣਾ ਹੋ ਸਕਦਾ ਹੈ। ਵੈਸੇ ਸਾਨੂੰ ਉਹਦੀ ਜ਼ਰੂਰਤ ਨਹੀਂ ਪੈਂਦੀ, ਕਦੇ ਅੱਜ ਤੱਕ ਕਿਤੇ ਕਦੇ ਵੀ ਯੂਜ਼ ਨਹੀਂ ਕੀਤਾ। ਇਵਨ ਅਸੀਂ +2 'ਚ ਪੜਾਉਂਦੇ ਹਾਂ ਤਾਂ ਉੱਥੇ ਵੀ ਨਹੀਂ ਅਸੀਂ ਯੂਜ਼ ਕੀਤਾ ਉਹਨੂੰ। ਜੇ ਫਾਰਮੂਲਾ ਲਿਖਣਾ ਤਾਂ ਮੈਂ ਲਿਖਾ ਵੀ ਦਿੰਦਾ, ਸਕਰੀਨਸ਼ਾਟ ਲੈ ਲਓ। ਇਹਦੇ ਪਰਪੈਂਡੀਕੂਲਰ ਮਤਲਬ ਇੱਧਰ ਨੂੰ, ਆਹ ਵਾਲੀ MB ਡਾਇਰੈਕਸ਼ਨ 'ਚ, ਠੀਕ ਹੈ। ਉਹਦੇ ਪਰਪੈਂਡੀਕੂਲਰ ਦੀ ਆਪਾਂ ਵੈਲਿਊ ਫਾਈਂਡ ਕਰਨਾ, ਉਹਦੇ ਪਰਪੈਂਡੀਕੂਲਰ ਪ੍ਰੋਜੈਕਸ਼ਨ ਦੇ। ਮੈਂ ਲਿਖਦਾ ਸਟੇਟਮੈਂਟ, ਉਹਨੂੰ ਬੋਲਦੇ ਅਸੀਂ ਕੰਪੋਨੈਂਟ ਆਫ A ਵੈਕਟਰ ਪਰਪੈਂਡੀਕੂਲਰ ਟੂ B ਵੈਕਟਰ। ਉਹਦੇ ਪਰਪੈਂਡੀਕੂਲਰ ਜਿਹਦੇ ਪ੍ਰੋਜੈਕਸ਼ਨ ਹੈ, ਕੰਪੋਨੈਂਟ ਆਫ ਪ੍ਰੋਜੈਕਸ਼ਨ ਕਰ ਲਓ, ਥੋੜਾ ਸੌਖਾ ਹੋਰ ਵਧੀਆ ਲੱਗਣ ਲੱਗ ਜਾਊ। ਕੰਪੋਨੈਂਟ ਆਫ ਪ੍ਰੋਜੈਕਸ਼ਨ ਆਫ A ਵੈਕਟਰ ਔਨ B ਵੈਕਟਰ ਜਾਂ ਟੂ B ਵੈਕਟਰ ਕਰ ਲਓ। ਔਨ ਦਾ ਮਤਲਬ ਤਾਂ A ਵੈਕਟਰ ਮਾਈਨਸ, बस A वैक्टर चो माइनस करना होगा कंपोनेंट सोल्व कर ली। A डॉट B अपॉन B मैग्नीट्यूड का स्क्वायर जो पिछे दसिया सी सोने इंटू B वैक्टर, ये चो माइनस कर दो A वैक्टर, ये परपेंडिकुलर कंपोनेंट बन जू जो पिछे बनाया सी वैक्टर प्रोजैक्शन, वो परपेंडिकुलर कंपोनेंट चाहिए होवे तो इस तरीके नाल बना सकते हैं। वैसे जरूरत अज तक कदे पई लोड़ नहीं, मतलब कहने का। एक स्केलर प्रोडक्ट च खास गल तुहानूं पता हो सारिआं नूं, ये कमोटेटिव प्रॉपर्टी होल्ड करता है। कमोटेटिव प्रॉपर्टी होल्ड का मतलब भी चाहे A डॉट B लै लो किते भी, चाहे B डॉट A लै लो, सेम आंसर दूगा, सेम, इन्हूं कोई फर्क नहीं पैंदा, सेम आंसर। ये डिस्ट्रीब्यूटिव ला भी होल्ड करता है, A डॉट B प्लस C, तो A डॉट B प्लस A डॉट C, ठीक है। तो A डॉट स्केलर मल्टीप्लाई नाल इहनूं कोई फर्क नहीं पैंदा जी, मतलब कोई फर्क का मतलब किसी नाल भी करी जाओ, चाहे A नाल करी जाओ चाहे B नाल करी जाओ, स्केलर मल्टीप्लाई आंसर उन्ना ही आऊगा जी। बाकी जे तुसीं ट्वाइस करता, चाहे B वैक्टर नूं डबल कर दो डॉट प्रोडक्ट दे विच, चाहे A नूं कर दो, सेम आंसर दूगा भी। मल्टीप्लाई दे नाल इहनूं कोई फर्क नहीं पैंदा स्केलर दे नाल। आए नहीं हैगा भी एक पास एक नाल कर दो भी सारे नाल नहीं करना, जे उहने आख्या मतलब कहना मेरा यही है, चाहे M A वैक्टर डॉट B वैक्टर लिख दो, मेरे कहने मीनिंग यही है, ये सेम हुंदा। मतलब इनू कहते असीं डॉट प्रोडक्ट जी। हुण करते हैं क्रॉस प्रोडक्ट। डॉट प्रोडक्ट सच नाम क्यों रखा है? स्केलर प्रोडक्ट यह नाम तां रखे जो भी तुसीं दो वैक्टर का स्केलर प्रोडक्ट लओगे, मैं सोल्व करके दिखाउणा, एक एग्जाम्पल ही लै लईए, चलो नाले तुहानूं पता लग जू किवें कीता सी। I कैप माइनस J कैप प्लस 2K कैप, असीं डॉट प्रोडक्ट लिया, 2 × 1 2 माइनस